तुमरी शरण तुम्हारी आसा, तुम ही सजन सुहेले। राखो राखण हार दयाला, नानक करके बोले। चबर शत्रु तख दे मालक, जुगो जुग टालो। तन तन श्री गुरु ग्रंथ साहिब जी दी पावन पवित्र हजूरी अंदर सुभाईमान गुरु रूप साध संगत जी वडभागी हो। पावन दरबार दीयां हाजरियां भर के गुरबाणी दे हर जस नाल जुड़ के मनुखा जीवन नूं सफला बना रहे। आओ विचारां दी रफ्तां तो पहला कलगीधर पातशाह वल्लों बख्शीश कीती हुई फतेह नाल साझ पाओ। प्यार सत्कार विच भिज के बुलाओ जी फतेह। वाहिगुरू जी का खालसा, वाहिगुरू जी की फतेह। इस संसार के अंदर मनुख दे अखां तो परोखी दी कहानी, दुनिया तो कूच कर गई दी कहानी, जो संसार तो चलिया जाता है दुनिया तो कूच कर जाता है। मनुखी जीव ने उनके बारे अपने मन के अंदर सोचा तैयार कर करके अपनी बिरती के मुताबिक एक वखरा थान नियत कर दिता। मनुख दुनिया विच नहीं है, संसार विच ना है मनुख, ना वो मनुख वेख रहा है। पर मनुख दी अनजानपन, मनुख दा एक ज्ञान तो हीनापन जदों सामने दिसिया ते मनुख ने उन्होंने अनेका नामां दे नाल उसकी थान नियत कर दी। मेरी इस बेनती नूं ध्यान नाल सुनना। मनुख दुनिया तो अपना समा बतीत करके संसार तो चलिया गया। इस मनुख ने अपनी कल्पना के मुताबिक, अपनी सोच के मुताबिक उनके एक थान नियत कर देते कि मनुख किथे पहुंचया है ते किथे निवास करता है। यह मनुख की घाट सी। इत्थे ही बस नहीं, कले मनुख दे ही नहीं, हर धर्म ने, हर मजहब ने परमेश्वर के थां भी नियत कर देते। जदों दुनिया तो मनुख जाता है, इनका मिलाप परमेश्वर नाल हुंदा है। जिस थां ते परमात्मा प्रभु हुंदा है, मनुख उत्थे जाके परमात्मा के निवास वाले थां ते मिलाप कराउंदा है। परमात्मा ते मनुख का मिलाप हुंदा है। जिन्हों सिख धर्म की दुनिया अंदर सचखंड का नाम दिता है। जदों गुरबाणी नूं पढ़दे हां, गुरबाणी नूं विचारने हां, पर समझदार पढ़न वाला इंसान एक पंक्ति ते रुक के ही सारे निर्णय करना चाहता है। सचखंड की है? मनुख ने सचखंड उन्हां लई नियत कर दिता जिहड़े इस दुनिया तो चढ़ाई कर जाते सन ते उत्थे रहन वाला परमात्मा प्रभु दे नाल मनुख दा मिलाप हुंदा है।
ਇਹ ਪੜ੍ਹਾਇਆ ਗਿਆ ਔਰ ਪੜ੍ਹਦਾ ਰਿਹਾ ਧਰਮ ਦੀ ਦੁਨੀਆ ਅੰਦਰ। ਇਸ ਨੂੰ ਸਪਸ਼ਟੀਕਰਨ ਕਰਨ ਵਾਸਤੇ, ਆਪਣੀਆਂ ਵਿਚਾਰਾਂ ਨੂੰ ਦੁਨੀਆ ਤੱਕ ਦੱਸਣ ਵਾਸਤੇ ਇਹਨੇ ਸ਼ਬਦ ਵੀ ਵਰਤਿਆ ਕਿ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਕਿ ਪਰਮਾਤਮਾ ਤੇ ਸੱਚਖੰਡ ਵਿੱਚ ਵਸਦਾ ਹੈ। ਕਿਸੇ ਨੇ ਉਸ ਦਾ ਨਾਮ ਸਵਰਗ ਰੱਖ ਲਿਆ, ਕਿਸੇ ਨੇ ਉਸਦਾ ਨਾਮ ਬੈਕੁੰਠ ਰੱਖ ਲਿਆ, ਕਿਸੇ ਦੇ ਨਾਮ ਉਸਦਾ ਬਿਸ਼ਤ ਰੱਖ ਲਿਆ, ਨਾਮ ਵੱਖਰੇ ਕਰ ਦਿੱਤੇ, ਪਰ ਹੈ ਉਹੀ ਚੀਜ਼ ਸੀ, ਨਾਮ ਬਦਲ ਗਏ। ਕਿ ਮਰਨ ਤੋਂ ਬਾਅਦ ਸਵਰਗ ਵਿੱਚ ਜਾਏਗਾ, ਮਰਨ ਤੋਂ ਬਾਅਦ ਬੈਕੁੰਠ ਵਿੱਚ ਜਾਏਗਾ, ਮਰਨ ਤੋਂ ਬਾਅਦ ਬਿਸ਼ਤ ਵਿੱਚ ਜਾਏਗਾ, ਬਿਸ਼ਤ ਵਰਗੇ ਨਾਮ ਰੱਖੇ। ਇਹ ਮਨੁੱਖ ਦੀ ਅੱਖਾਂ ਤੋਂ ਪਰੋਖੇ ਦੀ ਕਹਾਣੀ ਹੈ। ਮਨੁੱਖ ਵੇਖ ਨਹੀਂ ਰਿਹਾ, ਮਨੁੱਖ ਦੁਨੀਆ ਤੇ ਹੈ ਨਹੀਂ, ਪਰ ਇਹਨੇ ਆਪਣੀ ਦਿਮਾਗ ਦੀਆਂ ਘਾੜਤਾਂ ਘੜ ਲਈਆਂ, ਸੰਕਲਪ ਤਿਆਰ ਕਰ ਲਏ ਕਿ ਮਰਨ ਤੋਂ ਬਾਅਦ ਕਿੱਥੇ ਪਹੁੰਚਿਆ। ਤੇ ਯਾਦ ਰੱਖਿਓ ਪਿਆਰਿਓ, ਮਨੁੱਖ ਕਈ ਵਾਰ ਇਸ ਚੀਜ਼ ਦਾ ਇੰਨਾ ਟਪਲਾ ਖਾਦਾ, ਇਸ ਚੀਜ਼ ਦੇ ਵਿੱਚ ਇੰਨਾ ਫਸ ਗਿਆ, ਇਹਨੇ ਧਰਮ ਦੀ ਦੁਨੀਆ ਵਿੱਚ ਆ ਕੇ ਬਹੁਤ ਆਪਣਾ ਨੁਕਸਾਨ ਕਰ ਲਿਆ। ਸੱਚਖੰਡ ਦੇ ਚੱਕਰਾਂ ਦੇ ਵਿੱਚ ਪੈ ਗਿਆ, ਸਵਰਗ ਨਰਕ ਤੋਂ ਦੇ ਚੱਕਰ ਵਿੱਚ, ਬੈਕੁੰਠ ਦੇ ਚੱਕਰ ਵਿੱਚ ਪੈ ਗਿਆ, ਇਹਨੇ ਬਹੁਤ ਆਪਣਾ ਨੁਕਸਾਨ ਕਰਵਾਇਆ। ਮਨੁੱਖ ਦੀ ਇਹੀ ਸੋਚ ਰਹੀ ਹੈ ਕਿ ਜਿੱਥੇ ਪਰਮਾਤਮਾ ਹੈ, ਸੱਚਖੰਡ ਵਿੱਚ ਵਸ ਰਿਹਾ, ਦੁਨੀਆ ਤੋਂ ਚੜ੍ਹਾਈ ਕਰਨ ਤੋਂ ਬਾਅਦ, ਸੰਸਾਰ ਦੇ ਮਰ ਜਾਣ ਤੋਂ ਬਾਅਦ, ਦੁਨੀਆ ਜਦੋਂ ਸੰਸਾਰ ਤੋਂ ਮਨੁੱਖ ਚੜ੍ਹਾਈ ਕਰ ਜਾਂਦਾ ਹੈ, ਇਹ ਸਰੀਰ ਚੋਲਾ ਤਿਆਗ ਕੇ ਮਨੁੱਖ ਦਾ ਮਿਲਾਪ ਵੀ ਸੱਚਖੰਡ ਵਿੱਚ ਨਿਵਾਸ ਹੁੰਦਾ ਹੈ ਤੇ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ। ਪਰ ਇਹਨੂੰ ਪਤਾ ਨਹੀਂ ਲੱਗਾ। ਜਦੋਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦਾ, ਗੁਰਬਾਣੀ ਨੂੰ ਵਿਚਾਰਦਾ, ਸਮਝਦਾ, ਫਿਰ ਗੁਰੂ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਇਹਨੂੰ ਸਮਝਾਇਆ। ਇਹਨੇ ਅੱਜ ਤੱਕ ਹੀ ਮੰਨਿਆ ਕਿ ਪਰਮਾਤਮਾ ਸੱਚਖੰਡ ਵਿੱਚ ਰਹਿੰਦਾ ਹੈ, ਸੱਚਖੰਡ ਵਸੈ ਨਿਰੰਕਾਰ। ਪਰ ਜੇ ਧਿਆਨ ਨਾਲ ਗੁਰਬਾਣੀ ਪੜ੍ਹਦਾ, ਜਿਹਨੇ ਅੱਜ ਤੱਕ ਇਹ ਪੜ੍ਹਿਆ, ਇਹ ਸੁਣਿਆ ਕਿ ਪਰਮਾਤਮਾ ਉਸ ਥਾਂ ਤੇ ਰਹਿੰਦਾ ਹੈ, ਉਸ ਥਾਂ ਤੇ ਬੈਠਾ ਹੋਇਆ ਹੈ, ਤੇ ਮਨੁੱਖ ਦਾ ਮਿਲਾਪ ਵੀ ਉਸੇ ਤਰ੍ਹਾਂ। ਕਿਉਂਕਿ ਪਿਆਰਿਓ, ਮਨੁੱਖ ਨਾ, ਇਨਸਾਨ ਅਗਿਆਨਤਾ ਦੇ ਭੰਬਲ ਭੂਸੇ ਵਿੱਚ ਫਸਿਆ ਹੋਇਆ ਹੈ। ਯਾਦ ਰੱਖਣਾ, ਇਹ ਛੁੱਟ ਨਹੀਂ ਪਾਇਆ। ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੰਧ ਵਿਸ਼ਵਾਸ ਵਿੱਚ ਪਾ ਕੇ ਠੱਗਿਆ ਗਿਆ। ਮਨੁੱਖ ਸਿੱਧੇ ਤਰੀਕੇ ਨਾਲ ਕਿਸੇ ਨੂੰ ਕੁਝ ਦੇਣਾ ਨਹੀਂ ਸੀ ਚਾਹੁੰਦਾ, ਕਿਉਂਕਿ ਸਿਆਣਾ ਸੀ। ਪਰ ਇਹਨੂੰ ਜਦੋਂ ਸਵਰਗ ਦੀ ਗੱਲ ਦੱਸੀ, ਬੈਕੁੰਠ ਦੀ ਗੱਲ ਦੱਸੀ, ਸੱਚਖੰਡ ਦੀਆਂ ਗੱਲਾਂ ਮੈਨੂੰ ਪੜਾਈਆਂ, ਤੇ ਮਨੁੱਖ ਨੇ ਧਰਮ ਦੀ ਦੁਨੀਆ ਵਿੱਚ ਅੰਨਾ ਪੈਸਾ ਲੁਟਾਇਆ, ਅੰਨਾ ਪੈਸਾ ਲੁਟਾਇਆ। ਅੱਜ ਤੱਕ ਵੀ ਲੁਟਾਇਆ ਜਾ ਰਿਹਾ। ਅੱਜ ਤੱਕ ਵੀ ਏਦਾਂ ਦੇ ਥਾਂ ਬਣੇ ਹੋਏ ਨੇ ਜਿੱਥੇ ਸਵਰਗ ਦੇ ਵਾਸਤੇ ਟਿਕਟਾਂ ਬੁੱਕ ਹੁੰਦੀਆਂ ਨੇ, ਸਵਰਗ ਵਾਸਤੇ ਕਮਰੇ ਬੁੱਕ ਹੁੰਦੇ ਨੇ, ਸਗਰ ਵਰਗ ਵਾਸਤੇ ਥਾਂ ਚੁਣੀ ਜਾਂਦੀ ਹੈ, ਸਵਰਗ ਵਾਸਤੇ ਕਮਰੇ ਨਿਯਤ ਕੀਤੇ ਜਾਂਦੇ ਨੇ। ਪਰ ਜਦੋਂ ਬਾਣੀ ਨੂੰ ਪੜ੍ਹਨ ਵਾਲਾ ਇਹਨਾਂ ਚੀਜ਼ਾਂ ਵਿੱਚ, ਅਗਿਆਨਤਾ ਦੇ ਵਿੱਚ ਫਸ ਗਿਆ, ਸਭ ਤੋਂ ਜ਼ਿਆਦਾ ਦੁੱਖ ਤਾਂ ਹੋਇਆ ਜਿਹੜਾ ਅੱਜ ਤੱਕ ਇਹ ਮੰਨਦਾ ਆਇਆ ਹੈ ਕਿ ਪਰਮਾਤਮਾ ਸੱਚਖੰਡ ਵਿੱਚ ਰਹਿੰਦਾ ਹੈ। ਪਰ ਸੱਚਖੰਡ ਹੈ ਕੀ ਸੀ? ਇਹ ਤਾਂ ਝੂਠ ਵਿੱਚ ਫਸਿਆ ਹੋਇਆ, ਸੱਚਖੰਡ ਬਾਰੇ ਜਾਣ ਹੀ ਨਹੀਂ ਸਕਿਆ। ਇਹ ਤਾਂ ਝੂਠ ਦਾ ਵਾਸੀ ਸੀ ਮਨੁੱਖ। ਇਹ ਤੇ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਸੀ, ਸੱਚ ਨੂੰ ਕਿੱਥੇ ਜਾਣਦਾ? ਕਿਉਂਕਿ ਬਾਣੀ ਨੇ ਕਿਹਾ, ਸਾਹਿਬ ਜੀ ਨੇ ਕਿਹਾ, ਜੈ ਜੈ ਪੇਖੋ ਤੈ ਹਜੂਰ, ਦੂਰ ਕਤੋ ਨਾ ਜਾਈ, ਰਬ ਰਿਆ ਸਰਬਤਰ ਮੈਂ ਮਨ ਸਦਾ ਤੇ ਆਈ। ਉਹ ਤਾਂ ਸਾਰਿਆਂ ਦਾ, ਸਭ ਗੋਬਿੰਦ ਹੈ, ਸਭ ਗੋਬਿੰਦ। ਉਹ ਤਾਂ ਪਰਮਾਤਮਾ ਦੇ ਰੂਪ ਤੇ ਸਭਨਾ ਵਿੱਚ ਵਸ ਰਿਹਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਗੁਰਬਾਣੀ ਦੇ ਕਿੰਨੇ ਫਰਮਾਨ।
ਜੇ ਗੁਰਬਾਣੀ ਨੂੰ ਅਸੀਂ ਇਹੀ ਤਰੀਕੇ ਨਾਲ ਪੜ੍ਹਦੇ ਹਾਂ ਕਿ ਪਰਮਾਤਮਾ ਸੱਚਖੰਡ ਵਿੱਚ ਵਸ ਰਿਹਾ, ਫਿਰ ਗੁਰਬਾਣੀ ਤਾਂ ਕਹਿੰਦੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਈਬੈ ਬੀਠਲ ਈਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ। ਫਿਰ ਤਾਂ ਜਿਹੜੇ ਇਹ ਕਹਿੰਦੇ ਸਨ ਪਰਮਾਤਮਾ ਪੱਛਮ ਵਾਲੇ ਪਾਸੇ ਰਹਿੰਦਾ ਹੈ, ਪਰਮਾਤਮਾ ਇਸ ਚਾਰ ਦੀਵਾਰੀ ਦੇ ਅੰਦਰ ਕੈਦ ਹੋਇਆ ਰੱਬ ਵਸਦਾ ਹੈ, ਤੇ ਫਿਰ ਤਾਂ ਉਹਨਾਂ ਦੀਆਂ ਗੱਲਾਂ ਸੱਚੀਆਂ ਹੋ ਜਾਣਗੀਆਂ। ਜੇ ਅਸੀਂ ਸੱਚਖੰਡ ਨੂੰ ਹੀ, ਸੱਚਖੰਡ ਵਾਲਾ ਹੀ ਪਰਮੇਸ਼ਰ ਦਾ ਨਿਵਾਸ ਮੰਨਦੇ ਰਹੇ, ਫਿਰ ਸਾਡੇ ਵਿੱਚ ਉਹਨਾਂ ਵਿੱਚ ਕੋਈ ਫਰਕ ਹੀ ਨਹੀਂ। ਪਰ ਪਿਆਰਿਓ, ਕੁਝ ਹੋਰ ਸੀ। ਭਗਤ ਨਾਮਦੇਵ ਨੇ ਮੋਏ ਹੋਏ ਜਿਉ ਮੁਕਤ ਦੇਉ ਹੋਏ, ਮੁਕਤ ਨਾ ਜਾਣੈ ਕੋਈ ਨਾ। ਉਹ ਮਰਨ ਤੋਂ ਬਾਅਦ ਕਿਹੜੀ ਮੁਕਤੀ, ਮਰਨ ਤੋਂ ਬਾਅਦ ਕਿਹੜਾ ਸਵਰਗ, ਕਿਹੜਾ ਸੱਚਖੰਡ। ਜਿਉਂਦੇ ਜੀ ਮੈਂ ਸਵਰਗ ਲੈਣਾ ਚਾਹੁੰਦਾ ਸਾਂ। ਮੋਏ ਹੋਏ ਜਿਉ ਮੁਕਤ ਦਿਓਗੇ, ਮਰੇ ਹੋਏ ਨੂੰ ਕਿਹੜੀ ਮੁਕਤੀ ਦੇਣਾ ਚਾਹੁੰਦੇ? ਇਹ ਕੁਐਸਚਨ ਸੀ ਭਗਤ ਨਾਮਦੇਵ ਜੀ ਦਾ, ਜਿਨ੍ਹਾਂ ਨੇ ਲਾਲਚ ਦਿੱਤੇ, ਜਿਨ੍ਹਾਂ ਨੇ ਏਦਾਂ ਦੇ ਅਗਿਆਨਤਾ ਅੰਧ ਵਿਸ਼ਵਾਸ ਵਿੱਚ ਪਾ ਕੇ ਦੁਨੀਆ ਨੂੰ ਭੋਲੀ ਲੁਕਾਈ ਨੂੰ ਠੱਗਿਆ। ਹੁਣ ਆਪਣਾ ਧਰਮ, ਆਪਣਾ ਕੰਮ ਰੋਟੀਆਂ ਕਾਰਨ ਪੂਰੇ ਤਾਲ ਵਾਲਾ ਚੱਲਦਾ ਰਿਹਾ, ਪਰ ਸਿੱਖ ਨੂੰ ਗੁਰੂ ਨੇ ਗੁਰਬਾਣੀ ਰਾਹੀਂ ਗਿਆਨ ਦਿੱਤਾ ਹੈ, ਅਕਲ ਦਿੱਤੀ ਹੈ, ਸਮਝ ਦਿੱਤੀ ਹੈ, ਉਹ ਸਿਆਣਪ ਦਿੱਤੀ ਜਿਹੜੀ ਸਿਆਣਪ ਨਾਲੇ ਵਰਤ ਕੇ ਸਮਝ ਲਵੇ। ਇਹਨੂੰ ਅਸਲੀ ਮੁਕਤੀ ਪੜ੍ਹਾਈ, ਇਸ ਨੂੰ ਅਸਲੀ ਸਵਰਗ ਦਿੱਤਾ, ਇਸ ਨੂੰ ਗੁਰੂ ਨੇ ਅਸਲੀ ਸੱਚਖੰਡ ਵਿਖਾਇਆ। ਉਹ ਪਿਆਰਿਆ, ਤੂੰ ਕਿਹੜੇ ਸੱਚਖੰਡ ਦੇ ਚੱਕਰਾਂ 'ਚ ਪੈ ਗਿਆ? ਆ ਮੈਂ ਤੈਨੂੰ ਜਿਉਂਦੇ ਜੀ ਉਸ ਸੱਚਖੰਡ ਵਿੱਚ, ਉਸ ਸਵਰਗ ਵਿੱਚ ਲੈ ਕੇ ਜਾਣਾ, ਪਰ ਮੋਏ ਹੋਏ ਜੋ ਮੁਕਤ ਦਿਓਗੇ, ਕਿਹੜੀ ਮੁਕਤੀ? ਕਿਉਂਕਿ ਭਗਤ ਨਾਮਦੇਵ ਜੀ ਦੇ ਸਮੇਂ ਚੀਜ਼ਾਂ ਚੱਲ ਰਹੀਆਂ ਨੇ, ਅੱਜ ਤੱਕ ਵੀ ਚੱਲਦੀਆਂ ਆਈਆਂ ਨੇ। ਭਗਤ ਸਾਹਿਬ ਜੀ ਕਹਿੰਦੇ ਨਾ, ਆਪਣੀ ਜ਼ੁਬਾਨ ਤੋਂ ਕਹਿੰਦੇ ਨੇ ਕਿ ਕਿਆ ਸਵਰਗ ਕਿਆ ਨਰਕ ਵਿਚਾਰਾ ਸੰਤਨ ਦੋ ਅਰਾਧੇ। ਮੈਂ ਇਹਨਾਂ ਚੀਜ਼ਾਂ ਦੀ ਰੱਦ ਕਰ ਦੇਣਾ, ਰੱਦ ਨਾ ਕਰ, ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ। ਹਮ ਕਾਹੂ ਕੀ ਕਾਨ ਨਹੀਂ ਕੱਢਦੇ ਆਪਣੇ ਗੁਰਬਰ ਸਾਧੇ। ਪੜ੍ਹਨ ਵਾਲਾ ਬਾਣੀ ਨੂੰ ਕਿੱਥੇ ਚਲਾ ਗਿਆ? ਇਸ ਚੀਜ਼ ਨੂੰ ਸਮਝਣ ਦੀ ਲੋੜ ਸੀ, ਧਿਆਨ ਨਾਲ ਮਨੁੱਖ ਨੇ ਵਿਚਾਰਨਾ ਸੀ ਕਿ ਸੱਚਖੰਡ ਕੀ ਸੀ। ਸਵਰਗ ਬਾਛ ਨਾ ਬਾਛੀਐ, ਭਗਤ ਜੀ ਕੀ ਕਹਿ ਰਹੇ ਨੇ? ਡਰੀਏ ਨਾ ਨਰਕ ਨਿਵਾਸ, ਹੋਣਾ ਹੋਏ ਸੋ ਹੋਏ ਹੈ, ਮਨੇ ਨਾ ਕੀਜੈ ਆਸ। ਇਹਨਾਂ ਚੀਜ਼ਾਂ ਦੀ ਲਾਲਸਾ ਬਿਲਕੁਲ ਵੀ ਨਹੀਂ, ਨਾ ਇਹਨਾਂ ਦਾ ਡਰ ਹੈ, ਨਾ ਇਹਨਾਂ ਦਾ ਲਾਲਚ ਹੈ। ਆਓ ਸੱਚਖੰਡ ਨੂੰ ਸਮਝੀਏ। ਮੇਰੇ ਹਜ਼ੂਰ ਨੇ ਸਮਝਾਇਆ, ਉਹ ਪਿਆਰਿਆ, ਜਿਹਨੂੰ ਤੂੰ ਇੱਕ ਥਾਂ ਤੇ ਸਮਝ ਕੇ ਬੈਠਾ ਆ, ਉਹ ਇੱਕ ਥਾਂ ਤੇ ਨਹੀਂ। ਉਹ ਤਾਂ ਕੀ ਹੈ? ਘਟ ਘਟ ਮੈਂ ਹਰਜੂ ਬਸੈ, ਸੰਤਨ ਕੋ ਪੁਕਾਰ। ਉਹ ਇੱਕ ਥਾਂ ਤੇ ਨਹੀਂ, ਉਹ ਸਭਨਾ ਵਿੱਚ ਵਸ ਰਿਹਾ ਹੈ। ਜੈ ਜੈ ਪੇਖੋਂ ਤੈ ਹਜੂਰ, ਦੂਰ ਕਤੋ ਨਾ ਜਾਈ। ਰਬ ਰਿਆ ਸਰਬਤਰ ਮੈਂ, ਸਭਨਾ ਵਿੱਚ ਮਨ ਸਦਾ ਤੇ ਆਈ। ਮਨ ਇੱਕ ਰਾਤ ਧਿਆ ਕੇ ਵੇਖ, ਤੈਨੂੰ ਦਿਸੇਗਾ। ਉਹ ਬਾਹਰ ਨਹੀਂ, ਉਹ ਸਭਨਾ ਵਿੱਚ ਵਸ ਰਿਹਾ ਹੈ। ਇਹ ਕੁਦਰਤ ਹੁੰਦੀ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਪੜ੍ਹਦੇ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ। ਸਭ ਕੁਝ ਤੇ ਹੁੰਦਾ ਹੀ ਹੈ ਨਾ, ਫਿਰ ਉਹਦੀ ਵੱਖਰੀ ਥਾਂ ਕਿਵੇਂ ਹੋਈ? ਪਿਆਰਿਓ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਦੋਂ ਮੈਂ ਗੁਰੂ ਕੋਲ ਆ ਕੇ ਗਿਆਨ ਪ੍ਰਾਪਤ ਕੀਤਾ, ਗੁਰੂ ਕੋਲ ਆ ਕੇ ਸਮਝ ਲਈ, ਗੁਰੂ ਕੋਲ ਆ ਕੇ ਪਤਾ ਲੱਗਾ, ਜਦੋਂ ਅਕਲ ਆਈ, ਸਮਝ ਲੱਗੀ,
ਤੇ ਇਹ ਸਮਝ ਨੇ, ਕਿਉਂਕਿ ਬਾਹਰੋਂ ਨਹੀਂ, ਗੁਰੂ ਕੋਲ ਆ ਕੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਦੋਂ ਮੈਂ ਗੁਰੂ ਦੀ ਸੰਗਤ ਵਿੱਚ ਆਇਆ, ਗੁਣ ਕੋ ਧਾਵੈ ਔਗਣ ਧੋਵੈ, ਇੱਥੇ ਔਗਣ ਲਾ ਦਿੱਤੇ। ਜਦੋਂ ਗੁਣਾਂ ਦਾ ਗਾਹਕ ਬਣ ਕੇ ਗੁਰੂ ਕੋਲ ਆ ਕੇ ਬੈਠਾ, ਗੁਰੂ ਨੇ ਦੱਸਿਆ, ਪਿਆਰਿਆ ਤੇਰੇ ਜ਼ਿੰਦਗੀ ਦਾ ਅਸਲੀ ਸੁੱਖ ਕਿੱਥੇ ਹੈ? ਅੱਠੀ ਪੈਰੀ ਅੱਠ ਭਲਾ ਨਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਧ ਨਾਮ, ਇੱਕ ਭਾਲੈ ਗੁਣੀ ਗਹੀਰ। 8 ਪੈਰ 9 ਖੰਡ, ਉਹਨਾਂ ਵਿੱਚੋਂ ਇੱਕ ਸਰੀਰ। ਜਦੋਂ ਸਰੀਰ ਨੇ ਆਪਣੇ ਆਪ ਦੀ ਪਹਿਚਾਣ ਕੀਤੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹਨੇ ਮੂਲ ਪਛਾਣਿਆ, ਬੰਦੇ ਖੋਜ ਦਿਲ ਹਰ ਰੋਜ਼, ਦਿਲ ਖੋਜਿਆ ਥੋੜੀ ਜਾਂਦਾ। ਜਦੋਂ ਸੁਰਤ ਰਾਹੀਂ ਪਹਿਚਾਣ ਕੀਤੀ, ਆਪਣੇ ਆਪ ਨੂੰ ਜਾਣਿਆ, ਗੁਰੂ ਦੀ ਸੰਗਤ ਵਿੱਚ ਆ ਮਿਲ ਸੰਗਤ ਸਤ ਸੰਗਤ ਖੋਜ ਦਸਾਈ, ਇੱਥੇ ਖੋਜਿਆ। ਇੱਥੇ ਜਿਹੜੀ ਵੱਖਰੀ ਥਾਂ ਤੇ ਜਿਹਨੂੰ ਮੈਂ ਮੰਨਦਾ ਪਿਆ ਸੀ, ਵੱਖਰੀ ਥਾਂ ਤੇ ਬੈਠਾ ਹੋਇਆ ਸੀ, ਬੜੇ ਸਾਲਾਂ ਤੋਂ, ਬੜੇ ਚਿਰ ਸਮੇਂ ਤੋਂ, ਲੰਬੇਰੇ ਸਮੇਂ ਤੋਂ ਅੰਧ ਵਿਸ਼ਵਾਸ ਪਾਲ ਕੇ ਬੈਠਾ ਹੋਇਆ ਸੀ ਮਨੁੱਖ। ਬੜਾ ਵੱਡਾ ਭਰਮ ਸੀ ਸੱਚਖੰਡ ਵਾਲਾ। ਅੱਜ ਤੱਕ ਵੀ ਕਿਹਾ ਜਾਂਦਾ ਇਹ ਸੱਚਖੰਡ ਵਾਸੀ ਹੈ ਜੀ, ਇਹ ਸਰਗ ਵਾਸੀ ਹੈ ਜੀ। ਉਹ ਪਿਆਰਿਓ, ਇਹ ਤਾਂ ਦੱਸੋ ਦੁਨੀਆ 'ਚ ਨਰਕ ਵਾਸੀ ਕੌਣ ਹੋਇਆ ਫਿਰ? ਨਸ਼ਾ ਕਰਕੇ ਮਰ ਜਾਣ ਵਾਲੇ ਨੂੰ ਵੀ ਅਸੀਂ ਦੁਨੀਆ ਦੇ ਅੰਦਰ ਬਲਾਤਕਾਰੀ ਨੂੰ, ਭ੍ਰਿਸ਼ਟੇ ਬੰਦੇ ਨੂੰ ਵੀ ਅਸੀਂ ਸਰਗਵਾਸੀ ਤੇ ਸੱਚਖੰਡ ਵਾਸੀ ਦਾ ਨਾਮ ਦੇ ਦਿੰਦੇ ਹਾਂ। ਕਦੀ ਦੁਨੀਆ 'ਚ ਕਿਹਾ ਨਰਕ ਵਾਸੀ? ਅੱਜ ਤੱਕ ਕੋਈ ਦੱਸ ਦੇ ਕਿਸੇ ਨੂੰ ਨਰਕ ਵਾਸੀ ਕਿਹਾ? ਸਾਰੇ ਸੱਚਖੰਡ ਵਾਸੀ ਦੇ ਲੇਵਲ ਲਾਏ। ਪਰ ਮੇਰੇ ਹਜ਼ੂਰ ਨੇ ਸਮਝਾਇਆ, ਤੇਰੀ ਜ਼ਿੰਦਗੀ ਜਿਉਂਦੀ ਜੀ ਸੱਚਖੰਡ ਬਣਾਣੀ ਹੈ। ਪਰ ਕਦੋਂ? ਜਦੋਂ ਤੂੰ ਆਪਣੇ ਆਪ ਦੀ ਪਹਿਚਾਣ ਕਰ ਲਈ, ਖੋਜ ਲਿਆ। ਜਦੋਂ ਗੁਰੂ ਕੋਲ ਆ ਕੇ ਆਪਣੇ ਨਿਜ ਦੀ ਪਹਿਚਾਣ ਕੀਤੀ, ਤੇ ਪਿਆਰਿਓ ਮੇਰੇ ਸਾਹਿਬ ਨੇ ਸਮਝਾਇਆ, ਆ ਪਿਆਰਿਆ ਮੈਂ ਤੈਨੂੰ ਦੱਸਣਾ ਚਾਹਨਾ, ਮੈਂ ਤੈਨੂੰ ਉਹ ਚੀਜ਼ ਦੇਣਾ ਚਾਹਨਾ ਵਾ, ਉਹ ਦਾਤ ਤੇਰੀ ਝੋਲੀ 'ਚ ਪਾਣਾ, ਜਿੱਥੇ ਤੂੰ ਇਸ ਚੀਜ਼ ਦੀ ਪਹਿਚਾਣ ਕਰ ਲਵੇਂ ਤੇ ਜਿਉਂਦਿਆਂ ਜੀ ਇਸ ਚੀਜ਼ ਦਾ ਆਨੰਦ ਮਾਣ ਸਕੇ। ਉਹ ਪਿਆਰਿਓ, ਇਹਨਾਂ ਚੀਜ਼ਾਂ ਨੂੰ ਤੇ ਆਨੰਦ ਜਿਉਂਦੇ ਜੀ ਮਾਣਨਾ ਸੀ। ਮਰਨ ਤੋਂ ਬਾਅਦ ਗੋਲੀ ਦਿੱਤੀ ਦਾ ਕੀ ਫਾਇਦਾ? ਗੋਲੀ ਖਾ ਕੇ ਤਾਂ ਜਿਉਂਦੇ ਜੀ ਸੁੱਖ ਲੈਣਾ। ਮਰਨ ਤੋਂ ਬਾਅਦ ਉਹ ਬਿਸਤਰੇ ਦਿੱਤੇ ਦਾ ਕੀ ਫਾਇਦਾ? ਕਿਉਂਕਿ ਉਹ ਬਿਸਤਰੇ ਦੇ ਤਾਂ ਜਿਉਂਦੇ ਜੀ ਸੁੱਖ ਲੈਣਾ ਸੀ। ਮਰਨ ਤੋਂ ਬਾਅਦ ਉਸ ਪੱਖੇ ਦਾ ਕੀ ਫਾਇਦਾ, ਜਿਹੜੇ ਪੱਖੇ ਦਾ ਜਿਉਂਦੇ ਜੀ ਸੁੱਖ ਲੈਣਾ ਸੀ? ਮਰਨ ਤੋਂ ਬਾਅਦ ਕੀ? ਕਿਉਂਕਿ ਇਹ ਮਨੁੱਖ ਦੀ ਅੱਖਾਂ ਤੋਂ ਪਰੇ ਦੀਆਂ ਗੱਲਾਂ ਨੇ, ਅੱਖਾਂ ਤੋਂ ਹਟੇ ਹੋਏ ਮਨੁੱਖ ਦੀਆਂ ਗੱਲਾਂ ਨੇ। ਉਹਦੇ ਬਾਰੇ ਸੋਚਾਂ, ਉਹਦੇ ਬਾਰੇ ਕਹਾਣੀਆਂ ਤਿਆਰ ਕੀਤੀਆਂ ਗਈਆਂ ਸਨ, ਕਹਾਣੀਆਂ ਬਣਾ ਦਿੱਤੀਆਂ ਗਈਆਂ। ਮਨੁੱਖ ਇਸ ਅਗਿਆਨਤਾ ਵਿੱਚ ਲੰਮੇ ਸਮੇਂ ਤੋਂ ਫਸਿਆ ਰਿਹਾ। ਪਰ ਜਿਹਨੇ ਜਦੋਂ ਗੁਰਬਾਣੀ ਆ ਕੇ ਪੜ੍ਹੀ, ਸਮਝੀਏ, ਫਿਰ ਇਹਨੂੰ ਪਤਾ ਲੱਗਾ, ਇਹਨੂੰ ਪਹਿਚਾਨ ਹੋਈ, ਇਹਨੂੰ ਪਤਾ ਲੱਗਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹ ਠੌਰ ਮੁਕਾਮਾ। ਆਹ ਗੱਲ ਹੈ ਪਿਆਰਿਓ। ਗੁਰੂ ਕੋਲ ਆ ਕੇ ਜਦੋਂ ਇਹਨੇ ਖੋਜਿਆ, ਪਹਿਚਾਨ ਕੀਤੀ, ਇਹਨੂੰ ਸਮਝ ਲੱਗੀ, ਗੁਰੂ ਨਾਨਕ ਦੇ ਪਾਤਸ਼ਾਹ ਨੇ ਜਪਜੀ ਸਾਹਿਬ ਚੋਂ 5 ਖੰਡਾਂ ਦੀ ਦਾਤ ਦੇ ਦਿੱਤੀ ਸਨ। ਜਿਹੜੀ ਚੀਜ਼ ਦਾ ਅੰਧ ਵਿਸ਼ਵਾਸ ਸੀ ਨਾ, ਮੇਰੇ ਗੁਰੂ ਨੇ ਰੋਜ਼ ਨਿਤਨੇਮ ਦੀ ਬਾਣੀ 'ਚ ਰੱਖ ਦਿੱਤਾ। ਉਹ ਪਿਆਰਿਆ, ਇੱਕ ਵਾਰ ਗੁਰਬਾਣੀ ਦੇ ਫਲਸਫੇ ਨੂੰ ਪੜ੍ਹ ਕੇ ਤਾਂ ਵੇਖ। ਜਿੱਦਣ ਗੁਰੂ ਨਾਨਕ ਦੀ ਫਿਲਾਸਫੀ ਨੂੰ ਸਮਝੇਗਾ ਨਾ, ਉਹ ਜਦੋਂ ਸਵਰਗ ਨਰਕ ਦੇ ਚੱਕਰਾਂ ਤੋਂ, ਬੈਕੁੰਠ ਦੇ ਚੱਕਰਾਂ ਚੋਂ, ਆ ਸੱਚਖੰਡ ਵਾਲੇ ਚੱਕਰਾਂ ਤੋਂ ਹਟ ਜਾਏਗਾ। ਇਹਨਾਂ ਵਹਿਮਾਂ ਭਰਮਾਂ 'ਚ, ਅਗਿਆਨਤਾ 'ਚ ਨਹੀਂ ਫਸੇਗਾ। ਇੱਕ ਵਾਰ ਗੁਰੂ ਨਾਨਕ ਦੀ ਵਿਚਾਰ ਨੂੰ ਮੇਰੇ ਵੀਰ ਪੜ੍ਹ ਕੇ ਵੇਖੇ ਕਰਾਂ। ਭਲੇ ਇੱਕ ਵਾਰ ਪੜ੍ਹਨ ਦੀ ਲੋੜ ਹੈ। ਜਿਹੜੀਆਂ ਚੀਜ਼ਾਂ ਕਰਮਕਾਂਡ ਸਨ, ਅੰਧ ਵਿਸ਼ਵਾਸ, ਗੁਲਾਮੀ ਦਾ ਜੂੜਾ, ਜਿਹੜੀ ਚੀਜ਼ ਦਾ ਰੱਖਿਆ ਸੀ, ਗੁਰੂ ਨਾਨਕ ਨੇ ਆਪਣੀਆਂ ਬਾਣੀਆਂ ਵਿੱਚ ਦਰਜ ਕਰ ਦਿੱਤੀਆਂ। ਪੜੋ, ਸਵਾਲ ਕਿਤਾ ਸੋਚਿਆ ਸੋਚਣਾ ਵੀ ਜੇ ਸੋਚੀ ਲਖਵਾ, ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ।
ਸਵਾਲ ਕੀਤਾ, ਆ ਵੀ ਇੱਕ ਸੱਚਖੰਡ ਦਾ ਭਰਮ ਸੀ। ਮੇਰੇ ਗੁਰੂ ਨਾਨਕ ਨੇ ਅੰਮ੍ਰਿਤ ਰੂਪੀ ਬਾਣੀ, ਨਿਤਨੇਮ ਦੀ ਬਾਣੀ ਵਿੱਚ ਇਹ ਚੀਜ਼ ਦਰਜ ਕਰ ਦਿੱਤੀ। ਉਹ ਪਿਆਰਿਆ, ਇਹ ਜੀਵਨ ਦੀ ਜੁਗਤ ਤੂੰ ਪਹਿਚਾਨਣੀ ਸੀ। ਇਹ 5 ਖੰਡ ਤੇਰੀ ਜ਼ਿੰਦਗੀ ਦੇ ਸਨ। ਤੇਰੀ ਜੀਵਨ ਦੀ ਜੁਗਤੀ, ਤੇਰੇ ਜੀਵਨ ਦੀ ਜਾਚ ਇਹਨਾਂ 5 ਖੰਡਾਂ ਵਿੱਚ ਛੁਪੀ ਹੋਈ ਸੀ। ਪਰ ਜੇ ਤੂੰ ਗੁਰਬਾਣੀ ਨੂੰ ਇੱਕ ਸਮਝ ਕੇ ਪੜਦਾ ਨਾ, ਤੇ ਤੇਰੇ ਉਹ ਗਿਆਨ ਵਾਲੀਆਂ ਅੱਖਾਂ ਤੈਨੂੰ ਗੁਰੂ ਨੇ ਦੇਣੀਆਂ ਸਨ। ਗਿਆਨ ਵਾਲੇ ਸਰੋਤ, ਜਿਹੜੇ ਸਰੋਤ ਸਨ, ਜਿਹੜੀ ਆ ਝੂਠੀ ਆਵਾਜ਼ ਸੁਣਦੇ ਰਹੇ ਸਨ, ਫਿਰ ਗੁਰੂ ਦੀ ਅਸਲੀ ਆਵਾਜ਼ ਇਹਨਾਂ ਨੇ ਸੁਣਨੀ ਸੀ। ਦੁਨੀਆ 'ਚ ਕਰਮ ਕਾਂਡ ਸਨ, ਅੰਧ ਵਿਸ਼ਵਾਸ ਸੀ। ਗੁਰੂ ਨਾਨਕ ਨੇ ਆਸਾ ਕੀ ਵਾਰ ਦੀ ਬਾਣੀ ਨਿਰੰਤਰ ਪੜਵਾ ਕੇ ਨਿਤਨੇਮ ਦੇ ਰੂਪ ਵਿੱਚ ਦੇ ਦਿੱਤੀ। ਸਿੱਖ ਰੋਜ਼ ਆਸਾ ਕੀ ਵਾਰ ਪੜਦਾ। ਕਿਉਂ ਪੜਦਾ ਹੈ? ਜਿਹੜੇ ਕਰਮ ਕਾਂਡਾਂ ਤੋਂ, ਜਿਹੜੀ ਅਗਿਆਨਤਾ ਤੋਂ, ਅੰਧ ਵਿਸ਼ਵਾਸ ਤੋਂ ਤੈਨੂੰ ਵਰਜਿਆ ਹੈ ਗੁਰੂ ਨੇ, ਤੂੰ ਬਚ ਕੇ ਰਹੀਂ। ਬਚ ਕੇ ਰਹੀਂ ਤੂੰ ਇਹਨਾਂ ਚੀਜ਼ਾਂ ਤੋਂ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਦਿਆਲ ਹੋਵਾ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਪਿਆਰਾ। ਜਪਜੀ ਸਾਹਿਬ ਵਿੱਚ ਪੜਿਆ ਗਿਆ ਧਰਮ ਖੰਡ। ਧਰਮ ਇੱਕ ਨਿਯਮ ਸੀ, ਇੱਕ ਮਰਿਆਦਾ ਸੀ, ਜਿਹੜੀ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਪੱਕਿਆਂ ਕਰਨੀ ਸੀ। ਜਿਵੇਂ ਇੱਕ ਬੱਚਾ ਪੜ੍ਹਨ ਤੋਂ ਬਾਅਦ ਕਿਸੇ ਨੌਕਰੀ ਤੇ ਲੱਗ ਜਾਂਦਾ ਹੈ, ਜਿਵੇਂ ਇੱਕ ਬੱਚਾ ਪੜ੍ਹਨ ਤੋਂ ਬਾਅਦ ਅਗਲੀ ਕਲਾਸ ਵਿੱਚ ਜਾਂਦਾ ਹੈ, ਇੱਕ ਨੌਕਰੀ ਕਰਦਾ ਹੈ, ਨੌਕਰ ਨੌਕਰੀ ਕਰਦਾ ਹੈ, ਬੜੇ ਈਮਾਨ ਨਾਲ, ਧਰਮ ਦੇ ਨਾਲ ਕੰਮ ਕਰਦਾ ਹੈ, ਬੜੀ ਨਿਜਤ ਦੇ ਨਾਲ, ਚੰਗੇ ਤਰੀਕੇ ਨਾਲ ਆਪਣੇ ਫਰਜ਼ਾਂ ਨੂੰ, ਆਪਣੀ ਡਿਊਟੀ ਨੂੰ ਪਛਾਣ ਕੇ ਕੰਮ ਕਰਦਾ ਹੈ। ਇੱਕ ਦਿਨ ਉਹ ਚੰਗੀ ਖੁਸ਼ੀ ਮਿਲ ਜਾਂਦਾ। ਧਰਮ ਇੱਕ ਨਿਯਮ ਸੀ, ਧਰਮ ਇੱਕ ਫਰਜ਼ ਸੀ। ਜਿਨੇ ਆਪਣੇ ਨਿਯਮ ਫਰਜ਼ਾਂ ਨੂੰ ਪਛਾਣ ਲਿਆ, ਧਰਮ ਤੋਂ ਬਾਅਦ ਗਿਆਨ ਆਇਆ। ਜਿੱਥੇ ਧਰਮ ਸੀ, ਧਰਮ ਨਿਯਮ ਦਾ ਪਾਲਣਹਾਰ ਹੋਣਾ ਚਾਹੀਦਾ ਸੀ। ਤੈਨੂੰ ਧਰਮ ਤੇ ਬੜੇ ਲੋਕੀ ਕਮਾਉਂਦੇ ਪਏ ਸਨ, ਵਿਖਾਉਂਦੇ ਪਏ ਸਨ, ਪਰ ਧਰਮ ਉਹ ਨਹੀਂ ਸੀ ਕਿ ਮਾਲਾ ਪਾਲੀਆਂ, ਚੋਲੇ ਪਾਲੇ, ਬੋਦੀਆਂ ਰੱਖਣੀਆਂ, ਟੋਪੀਆਂ ਪਾਲੀਆਂ, ਪੱਗਾਂ ਬੰਨ੍ਹਣੀਆਂ, ਗਾਤਰੇ ਪਾਲੇ। ਧਰਮ ਉਹ ਨਹੀਂ ਸੀ। ਧਰਮ ਨੂੰ ਕਮਾਇਆ ਜਾਣਾ ਸੀ। ਸਗਲ ਧਰਮੈ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆਹ ਧਰਮ ਸੀ। ਇਹ ਧਰਮ ਦਾ ਫਰਜ਼ ਸੀ। ਗੁਰੂ ਨਾਨਕ ਨੇ ਸਿੱਖ ਨੂੰ ਪੜ੍ਹਾਇਆ। ਧਰਮ ਦੇ ਨਾਲ ਗਿਆਨ ਖੰਡ, ਧਰਮ ਖੰਡ, ਗਿਆਨ ਖੰਡ। ਦੂਜਾ ਕੀ ਸੀ? ਗਿਆਨ ਹੋਣਾ ਚਾਹੀਦਾ ਹੈ। ਗਿਆਨ ਤੋਂ ਹੀਣਾ ਨਹੀਂ ਹੋਣਾ ਚਾਹੀਦਾ। ਤੇਰੇ ਕੋਲ ਗਿਆਨ ਹੋਣਾ, ਅੱਖਾਂ ਹੋਣੀਆਂ ਚਾਹੀਦੀਆਂ ਨੇ ਸਮਝਦਾਰ ਵਾਲੀਆਂ। ਤੇ ਉਹ ਗਿਆਨ ਕਿੱਥੋਂ ਮਿਲਣਾ ਸੀ? ਕੁੰਭੇ ਬੱਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਦਾ ਬਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਉਹ ਗੁਰੂ ਕੋਲ ਮਿਲਣਾ ਸੀ ਗਿਆਨ। ਜਿੱਥੇ ਧਰਮ ਦੇ ਨਿਯਮਾਂ ਨੂੰ, ਫਰਜ਼ਾਂ ਨੂੰ ਪਛਾਣੇਗਾ ਭਲਿਆ, ਉੱਥੇ ਤੇਰੇ ਜੀਵਨ ਵਿੱਚ ਗਿਆਨ ਹੋਣਾ ਜ਼ਰੂਰੀ ਹੈ। ਉਹ ਗਿਆਨ ਦੇ ਨਾਲ ਤੈਨੂੰ ਸਮਝ ਆਏਗੀ। ਤੂੰ ਗਿਆਨ ਦੀ ਪ੍ਰੈਕਟਿਸ ਕਰੀ। ਆਪਣੀ ਜ਼ਿੰਦਗੀ ਵਿੱਚ ਹੰਕਾਰ ਛੱਡਦੀ, ਕਾਮ ਛੱਡਦੀ, ਕ੍ਰੋਧ ਛੱਡਦੀ, ਲੋਭ ਛੱਡਦੀ, ਉਸਤਤ ਨਿੰਦਿਆ ਦੇ ਝਗੜਿਆਂ ਤੋਂ ਬਚ ਜਾਵੀਂ। ਤੇਰੇ ਕੋਲ ਗਿਆਨ ਹੋਵੇਗਾ, ਤੇਰੀ ਆ ਦਿਮਾਗ ਔਰ ਅਕਲ ਕੰਮ ਕਰੇਗੀ। ਮੈਂ ਦੁਨੀਆ 'ਚ ਕੀ ਕਰਨਾ ਆ। ਹੋਸ਼ੇ ਹੰਕਾਰ ਨੂੰ ਤਿਆਗ ਕੇ, ਬੁਰਾਈਆਂ ਨੂੰ ਤਿਆਗ ਕੇ ਇੱਕ ਸਮੁੱਚਾ ਤੇ ਉੱਚਾ ਨਿਰਮਲ ਜੀਵਨ ਜੀ ਕੇ ਜਾਈਂ। ਪਰ ਕਦੋਂ? ਗੁਰੂ ਦੇ ਗਿਆਨ ਰਾਹੀਂ। ਗਿਆਨ ਤੇਰੇ ਜੀਵਨ ਨੂੰ ਉੱਤਮ ਬਣਾਏਗਾ। ਫਿਰ ਪਿਆਰਿਓ, ਜੀਵਨ ਵਿੱਚ ਆਇਆ ਦੂਜੀ ਚੀਜ਼ ਕੀ ਸੀ? ਸ਼ਰਮ ਖੰਡ। ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ। ਇਹ ਜਪਜੀ ਸਾਹਿਬ ਦਾ ਤੀਜਾ ਖੰਡ। ਤੂੰ ਮਿਹਨਤੀ ਹੋਵੇਂ, ਤੂੰ ਉਦਮ ਵਾਲਾ ਹੋਵੇਂ, ਤੇਰੀ ਜ਼ਿੰਦਗੀ ਵਿੱਚ ਆਲਸ ਨਾ ਹੋਵੇ। ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਤੇਰੀ ਜ਼ਿੰਦਗੀ ਵਿੱਚ ਸ਼ਰਮ ਹੋਵੇ। ਸ਼ਰਮ ਤੋਂ ਭਾਵ ਤੂੰ ਮਿਹਨਤੀ ਹੋਵੇਂ, ਤੂੰ ਧਰਮ ਨੂੰ ਪਹਿਚਾਨਣ ਵਾਲਾ ਹੋਵੇਂ, ਗਿਆਨ ਦੀ ਕਦਰ ਕਰਨ ਵਾਲਾ ਹੋਵੇਂ, ਗਿਆਨ ਦੀ ਪਹਿਚਾਨ ਸੰਭਾਲ ਕਰਨ ਵਾਲਾ ਹੋਵੇਂ। ਤੇ ਐਵੇਂ ਦਾ ਮਿਹਨਤੀ ਹੋਵੇਂ, ਤੂੰ ਆਪਣੇ ਧਰਮ ਨੂੰ ਤੇ ਗਿਆਨ ਨੂੰ ਖਤਮ ਨਾ ਹੋਣ ਦੇਵੇਂ।
ਤੇ ਧਰਮ ਦੇ ਨਾਲ ਕੀ ਸੀ? ਕਰਮਖੰਡ। ਮਾਫੀ ਚਾਹਨਾ, ਸ਼ਰਮਖੰਡ ਦੇ ਨਾਲ ਸੀ ਕਰਮਖੰਡ। ਜਿੱਥੇ ਤੂੰ ਸ਼ਰਮਖੰਡ ਮਿਹਨਤ ਕਰਨੀ ਹੈ, ਮਿਹਨਤ ਕਰਦਿਆਂ ਆਪਣੇ ਕਰਮ ਉੱਚੇ ਰੱਖੀ, ਕਿਉਂਕਿ ਇੱਥੇ ਕਰਮਾਂ ਉੱਪਰ ਨਿਬੜ ਹੈ। ਜੇ ਲੋਚੈ ਸਭ ਕੋਏ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਗੁਰੂ ਸਾਹਿਬ ਨੇ ਕਿਹਾ ਜਿੱਥੇ ਤੂੰ ਮਿਹਨਤੀ ਹੋਵੇਗਾ, ਉਦਮ ਕਰਨ ਵਾਲਾ ਹੋਵੇਗਾ, ਤੂੰ ਧਰਮ ਨੂੰ ਸੰਭਾਲੀ, ਗਿਆਨ ਨੂੰ ਸੰਭਾਲੀ, ਆਪਣੀ ਜੀਵਨ ਵਿੱਚ ਤਤਪਰ ਰਹਿ ਕੇ ਉਦਮ ਹੋ ਰੱਖੀ, ਮਿਹਨਤ ਵਾਲਾ ਉਦਮ ਵਾਲਾ ਬਣ ਕੇ ਰਹੀ। ਆਪਣੀ ਜ਼ਿੰਦਗੀ 'ਚ ਆਲਸਪਨ ਨਾ ਲੈ ਕੇ ਆਈ। ਜਿੱਥੇ ਆਪ ਗੁਣਾ ਦੀ ਕਮਾਈ, ਧਰਮ ਦੀ ਕਮਾਈ ਖਾਵੇਂਗਾ, ਉੱਥੇ ਸੰਸਾਰ ਨੂੰ ਗੁਣਾ ਦੀ ਤੇ ਧਰਮ ਦੀ ਕਮਾਈ ਦੇ ਕੇ ਜਾਈ। ਉਹ ਪਿਆਰਿਆ, ਇਹਦੇ ਵਿੱਚ ਤੇਰੇ ਕਰਮ ਉੱਚੇ ਹੋਣੇ ਚਾਹੀਦੇ ਨੇ, ਜਿਹਨੂੰ ਕਰਮਖੰਡ ਕਿਹਾ। ਜਦੋਂ ਤੇਰਾ ਕਰਮ ਚੰਗਾ ਹੋਏਗਾ, ਉਹ ਪਿਆਰਿਆ, ਗੁਰੂ ਨੇ ਤੇਰੇ ਕਰਮ ਵੇਖੇ, ਕਿਉਂਕਿ ਕਰਮਾਂ ਉੱਪਰ ਨਿਬੜਿਆ। ਹੁਣੇ ਆਪਾਂ ਜੀ ਨੇ ਫਰਮਾਨ ਪੜਿਆ, ਜੇ ਲੋਚੈ ਸਭ ਕੋਏ, ਤੇਰੇ ਕਰਮਾਂ ਨੂੰ ਵੇਖੇ, ਤੇਰੀ ਕਮਾਈ ਨੂੰ ਵੇਖੇ, ਕਿਉਂਕਿ ਸਾਹਿਬ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਦੋਂ ਤੇਰੇ ਕਰਮ ਚੰਗੇ ਹੋਏ, ਤੇਰੀ ਕਿਰਤ ਚੰਗੀ ਹੋਈ, ਉਹ ਪਿਆਰਿਆ, ਫਿਰ ਜੀਵਨ ਵਿੱਚ ਪੰਜਵਾਂ ਆਏਗਾ ਸੱਚਖੰਡ। ਤੇਰੇ ਜੀਵਨ ਵਿੱਚ ਸੱਚ ਦਾ ਨਿਵਾਸ ਹੋਏਗਾ। ਪਰ ਪਿਆਰਿਓ, ਜਿਹੜਾ ਝੂਠ ਦਾ ਨਿਵਾਸੀ ਬਣ ਚੁੱਕਾ ਸੀ, ਉਹਨੂੰ ਸੱਚਖੰਡ ਦੀ ਪਹਿਚਾਣ ਕਿਵੇਂ ਹੋਣੀ ਸੀ? ਪਹਿਲਾ ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ, ਸੱਚਖੰਡ। ਇਹ ਜਦੋਂ ਪੰਜਵੀਂ ਚੀਜ਼ ਸੀ, ਉਹ ਪਿਆਰਿਆ, ਉਹ ਭਲਿਆ, ਇਹ ਗੁਰੂ ਨਾਨਕ ਨੇ ਕਿਹਾ ਸੱਚਖੰਡ ਵਸੈ। ਜਿੱਦਣ ਤੂੰ ਸੱਚ ਦਾ ਵਾਸੀ ਬਣ ਗਿਆ, ਜਿੱਦਣ ਤੇਰੇ ਕੋਲ ਧਰਮ ਹੋਇਆ, ਜਿੱਦਣ ਤੇਰੇ ਕੋਲ ਗਿਆਨ ਹੋਇਆ, ਜਿੱਦਣ ਤੇਰੇ ਕੋਲ ਚੰਗੀ ਸ਼ਰਮ ਹੋਈ, ਮਿਹਨਤ ਹੋਈ, ਉਹ ਚੰਗੇ ਨਿਰਮਲ ਕਰਮ ਹੋਏ, ਉਹ ਪਿਆਰਿਆ, ਸੱਚਖੰਡ ਬਾਹਰ ਨਹੀਂ, ਕੋਈ ਵੱਖਰੀ ਥਾਂ ਤੇ ਨਹੀਂ ਲੱਭੇਗਾ। ਉਹ ਭਲਿਆ, ਤੇਰੇ ਜੀਵਨ ਵਿੱਚ ਹੀ ਉਹ ਸੱਚਖੰਡ ਹੋਵੇਗਾ। ਤੇ ਉਹ ਸੱਚਖੰਡ ਵਿੱਚ ਵਸਦਾ ਕੌਣ ਹੋਵੇਗਾ? ਨਿਰੰਕਾਰ। ਉੱਥੇ ਰੱਬ ਹੋਏਗਾ। ਘਟ ਘਟ ਮੈਂ ਹਰ ਜੂ ਵਸੈ। ਉਹ ਬਾਹਰ ਨਹੀਂ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਾਮੈ ਚਾਨਣ ਹੋਏ। ਉਹ ਨਜ਼ਰ ਆਇਆ, ਦਿਸ ਗਿਆ, ਪਰ ਕਦੋਂ ਦਿਸਿਆ? ਜਦੋਂ ਪਹਿਚਾਨ ਆਈ, ਜਦੋਂ ਪਤਾ ਲੱਗਿਆ ਮੇਰੇ ਗੁਰੂ ਨਾਨਕ ਨੇ, ਮੇਰੇ ਗੁਰੂ ਸਾਹਿਬ ਨੇ ਮੈਨੂੰ ਜਿਉਂਦਿਆਂ ਜੀ ਮੇਰੀ ਜ਼ਿੰਦਗੀ ਸੱਚਖੰਡ ਵਾਸੀ ਬਣਾਈ ਹੈ। ਮੈਂ ਮਰਨ ਤੋਂ ਬਾਅਦ ਸੱਚਖੰਡ ਦੀ ਆਸ ਕਰਨਾ ਪਿਆ। ਆਪਣੇ ਆਪ ਦੀ ਪਹਿਚਾਨ ਕਰੀ ਧਰਮ ਦੇ ਰਾਹੀਂ। ਮੈਂ ਫਿਰ ਬੇਨਤੀ ਕਰ ਦਿਆਂ, ਗਿਆਨ ਚੰਗਾ ਰੱਖੀ, ਜਿਹਦੇ ਨਾਲ ਤੈਨੂੰ ਚੰਗੇ ਔਰ ਮੰਦੇ ਦੀ ਪਹਿਚਾਨ ਹੋ ਜਾਵੇ। ਓਏ ਆਪਣੇ ਜੀਵਨ ਵਿੱਚ ਉਦਮੀ ਹੋਵੀਂ, ਹੱਥੋਂ ਦੇ ਕੇ ਭਲਾ ਮਨਾਉਣ ਵਾਲਾ ਹੋਵੀਂ। ਉਹ ਪਿਆਰਿਆ, ਤੇਰੇ ਕਰਮ ਵੇਖੇ ਜਾਣੇ ਨੇ। ਤੇਰੇ ਕਰਮਾਂ ਨੂੰ ਵੇਖਦਿਆਂ ਮੇਰੇ ਗੁਰੂ ਨਾਨਕ ਨੇ ਤੈਨੂੰ ਸੱਚਖੰਡ ਵਿੱਚ ਲੈ ਜਾਣਾ ਹੈ। ਉਹ ਕਿਹੜਾ ਸੱਚਖੰਡ? ਤੇਰੇ ਹਿਰਦੇ ਦਾ, ਬਾਹਰ ਨਹੀਂ। ਇੱਥੇ ਜਿਉਂਦੇ ਜੀ ਤੂੰ ਅੰਦਰ ਸੱਚਖੰਡ ਬਣਾ ਲੈਣਾ ਸੀ, ਉਹਦੇ ਵਿੱਚ ਸੁੱਖ ਮਾਨਣਾ ਸੀ। ਫਿਰ ਤੂੰ ਕਹਿਣਾ ਦੁੱਖ ਨਹੀਂ, ਸਭ ਸੁਖੀ ਹੈ ਰੇ, ਇੱਕ ਹੀ ਇੱਕ ਹੈ ਨਿਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਆ ਹੈ ਸੱਚਖੰਡ। ਆਈ ਪੰਥੀ ਸਗਲ ਜਮਾਤੀ, ਮਨ ਜਿਤੈ ਜਗ ਜੀਤ। ਜਦੋਂ ਤੂੰ ਆਪਣੇ ਆਪ ਨੂੰ ਜਿੱਤ ਲਿਆ। ਭਾਈ ਤਿਲਕਾ, ਇੱਕ ਇਤਿਹਾਸ ਦੀ ਮੈਂ ਉਦਾਹਰਨ ਦੇਣਾ। ਗੜ ਸ਼ੰਕਰ ਦਾ ਰਹਿਣ ਵਾਲਾ ਜੋਗੀ ਆਇਆ ਪਿੰਡ ਵਿੱਚ, ਸਵਰਗ ਵੰਡਦਾ ਪਿਆ ਹੈ, ਸੱਚਖੰਡ ਵੰਡਦਾ ਪਿਆ ਹੈ। ਲੋਕ ਅਗਿਆਨਤਾ ਵਿੱਚ, ਅੰਧ ਵਿਸ਼ਵਾਸ ਵਿੱਚ ਫਸੇ ਹੋਏ ਭੱਜੇ ਗਏ। ਸੱਚਖੰਡ ਮਿਲ ਜਾਵੇ, ਸਵਰਗ ਮਿਲ ਜਾਵੇ, ਸਾਰੇ ਚਲੇ ਗਏ। ਕਿਸੇ ਨੂੰ ਸਾਲ ਦਾ, ਕਿਸੇ ਨੂੰ 2 ਸਾਲ ਦਾ।
ਪਰ ਜੋਗੀ ਨੇ ਜਦੋਂ ਪੁੱਛਿਆ ਨਾ ਕੋਈ ਇੱਥੇ ਹੋਰ ਵੀ ਹੈ, ਕੋਈ ਰਹਿ ਗਿਆ, ਉਹਨਾਂ ਨੇ ਕਿਹਾ ਹਾਂ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਨੂੰ ਮੰਨਣ ਵਾਲਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬੰਦਗੀ ਸਿਫਤ ਸਲਾਹ ਵਿੱਚ ਜੁੜਨ ਵਾਲਾ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਹ ਸਿੱਖ, ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਨ ਵਾਲਾ, ਗੁਰੂ ਨਾਨਕ ਦੇ ਅਕੀਦੇ ਤੇ ਭਰੋਸਾ ਰੱਖਣ ਵਾਲਾ ਭਾਈ ਤਿਲਕਾ ਉਹ ਨਹੀਂ ਆਇਆ। ਜਦੋਂ ਇਹ ਗਿਆ, ਇਹਨੂੰ ਵੇਖਦਿਆਂ ਸਾਰ ਭਾਈ ਤਿਲਕੇ ਨੇ ਦਰਵਾਜ਼ੇ ਬੰਦ ਕਰ ਲਏ। ਤੈਨੂੰ ਸਵਰਗ ਨਹੀਂ ਚਾਹੀਦਾ? ਕਹਿੰਦਾ ਨਾ। ਉਹ ਤੈਨੂੰ ਬਿਸਤ ਨਹੀਂ ਚਾਹੀਦਾ, ਤੈਨੂੰ ਬੈਕੁੰਠ ਨਹੀਂ ਚਾਹੀਦਾ, ਮੈਂ ਤੈਨੂੰ ਸੱਚਖੰਡ ਦੇਣਾ, ਲੈ। ਉਹਨੇ ਕਿਹਾ ਮੈਨੂੰ ਤੇਰਾ ਨਹੀਂ ਚਾਹੀਦਾ, ਇਹ ਗੱਲਾਂ ਵਾਲਾ ਸੱਚਖੰਡ ਨਹੀਂ ਚਾਹੀਦਾ, ਗੱਲਾਂ ਵਾਲਾ ਸਵਰਗ ਨਹੀਂ ਚਾਹੀਦਾ। ਉਹ ਮੈਂ ਤਾਂ ਜਿਉਂਦਿਆਂ ਜੀ ਸਵਰਗ 'ਚ ਆਂ, ਮੈਂ ਜਿਉਂਦਿਆਂ ਜੀ ਸੱਚਖੰਡ 'ਚ ਬੈਠਾ ਹੋਇਆ ਵਾਂ। ਤੇਰਾ ਆ ਝੂਠੀਆਂ ਦਲੀਲਾਂ ਵਾਲਾ, ਝੂਠੀਆਂ ਗੱਲਾਂ ਵਾਲਾ ਤੇ ਆ ਝੂਠੇ ਵਾਅਦਿਆਂ ਵਾਲਾ ਤੇਰਾ ਸਵਰਗ ਸੱਚਖੰਡ ਨਹੀਂ ਚਾਹੀਦਾ। ਤੇਰੇ ਤਾਂ ਮੈਂ ਦਰਸ਼ਨ ਨਹੀਂ ਕਰਨਾ ਚਾਹੁੰਦਾ। ਦਰਵਾਜ਼ੇ ਬੰਦ ਕੀਤੇ ਨੇ। ਉਹ ਖੜਕਾਉਂਦਾ ਪਿਆ, ਹਾਰ ਕੇ ਖੜਕਾਉਣ ਤੋਂ ਬਾਅਦ ਜਦੋਂ ਖੋਲਿਆ ਨਹੀਂ, ਉਹ ਇੱਕ ਹੀ ਗੱਲ ਭਰੋਸੇ ਤੇ ਕਹਿੰਦਾ ਰਿਹਾ, ਇੱਕ ਭਰੋਸੇ ਤੇ ਵਿਸ਼ਵਾਸ ਤੇ ਕਹਿੰਦਾ ਰਿਹਾ, ਸੁੱਖ ਵੀ ਉਹਦੇ ਕੋਲੋਂ ਮਿਲਿਆ ਹੈ, ਆਨੰਦ ਵੀ ਉਹਦੇ ਕੋਲੋਂ ਮਿਲਿਆ ਹੈ, ਜੇ ਦੁੱਖ ਵੀ ਉਹਦੇ ਕੋਲੋਂ ਮਿਲੇਗਾ ਤਾਂ ਵੀ ਕੋਈ ਨਹੀਂ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਪਿਆਰਿਓ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਆ ਮੁਕਤੀਆਂ ਨਹੀਂ ਮੈਨੂੰ ਚਾਹੀਦੀਆਂ। ਮਨ ਪ੍ਰੀਤ ਚਰਨ ਕਮਲਾਰੇ। ਜਦੋਂ ਏਦਾਂ ਦੀ ਦ੍ਰਿੜਤਾ, ਵਿਸ਼ਵਾਸ, ਭਰੋਸਾ ਵੇਖਿਆ, ਉਹ ਤਿਲਕੇ ਨੂੰ ਕਹਿੰਦਾ, ਤਿਲਕਿਆ ਜੇ ਤੂੰ ਮੇਰੇ ਦਰਸ਼ਨ ਕਰਕੇ ਆ ਗੱਲਾਂ ਵਾਲਾ ਸਵਰਗ ਤੂੰ ਕਹਿਣਾ ਨਹੀਂ ਲੈਣਾ ਚਾਹੁੰਦਾ, ਉਹ ਆਪਣੇ ਦਰਸ਼ਨ ਦੇ ਕੇ ਮੈਨੂੰ ਹੀ ਉਹ ਸਵਰਗ ਦੇ ਦੇ ਜਿਹੜਾ ਸਵਰਗ ਤੂੰ ਮਾਣਦਾ ਪਿਆ ਹੈ, ਜਿਹੜਾ ਸੁੱਖ ਤੂੰ ਮਾਣਦਾ ਪਿਆ ਹੈ, ਜਿਹੜੇ ਸੱਚਖੰਡ ਵਿੱਚ ਤੂੰ ਪਹੁੰਚਿਆ ਹੈ, ਉਹ ਵੀ ਮੈਨੂੰ ਦੇ ਦੇ। ਮੈਂ ਲੈਣਾ ਚਾਹੁੰਦਾ ਵਾਂ। ਜੇ ਤੂੰ ਮੇਰਾ ਦਿੱਤਾ ਹੋਇਆ ਨਹੀਂ ਲੈਣਾ ਚਾਹੁੰਦਾ, ਤੇਰੀਆਂ ਗੱਲਾਂ ਵਿੱਚ ਇੰਨੀ ਤਾਕਤ, ਭਰੋਸਾ ਤੇਰੇ ਵਿੱਚ ਦਿਸਿਆ ਹੈ, ਮੈਂ ਤੇਰਾ ਦਿੱਤਾ ਹੋਇਆ ਉਹ ਸੁੱਖ ਲੈਣਾ ਚਾਹੁੰਦਾ ਜਿਹੜਾ ਤੈਨੂੰ ਗੁਰੂ ਨੇ ਦਿੱਤਾ ਹੈ, ਮੈਂ ਵੀ ਉਹ ਲੈਣਾ ਚਾਹੁੰਦਾ। ਭਾਈ ਤਿਲਕੇ ਨੇ ਕਿਹਾ, ਹੁਣ ਗੱਲ ਤੇਰੀ ਮੇਰੀ ਬਣ ਸਕਦੀ। ਦਰਵਾਜ਼ਾ ਖੋਲਿਆ, ਗੁਰੂ ਕੋਲ ਲੈ ਗਿਆ, ਗੁਰੂ ਨਾਲ ਮਿਲਾਪ ਹੋਇਆ, ਦਰਸ਼ਨ ਕੀਤੇ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਜਨਮ ਜਮਾਂਤਰਾਂ ਦੀ ਮਲ ਕੱਟੀ ਗਈ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਡੀ ਐ। ਗੁਰੂ ਦੀ ਸਿਫਤ ਸਲਾਹ ਦੇ ਨਾਲ ਉਹ ਅਰਸ਼ਾਂ ਤੋਂ ਗੁਰੂ ਦਾ ਨੂਰ ਚਲਕਿਆ, ਜਨਮ ਜਮਾਂਤਰਾਂ ਦੀ ਮੈਲ ਕੱਟੀ ਗਈ। ਉਹ ਜ਼ਿੰਦਗੀ ਦਾ ਸੁੱਖ ਪੂਰੇ ਗੁਰੂ ਕੋਲ ਮਿਲਿਆ। ਆ ਪਿਆਰਿਆ, ਜੇ ਸੁੱਖ ਚਾਹਨਾ ਹੈ, ਜੇ ਆਨੰਦ ਚਾਹਨਾ ਹੈ, ਜੇ ਜ਼ਿੰਦਗੀ ਵਿੱਚ ਸੱਚਖੰਡ ਚਾਹੁੰਦਾ ਹੈ, ਉਹ ਮੇਰੇ ਗੁਰੂ ਨੇ ਤੈਨੂੰ ਜਿਉਂਦਿਆਂ ਜੀ ਦੇਣਾ ਹੈ। ਮਰਨ ਤੋਂ ਬਾਅਦ ਜਿਹੜੇ ਆ ਕਮੈਂਟਮੈਂਟ ਕੀਤੇ ਜਾ ਰਹੇ ਨੇ, ਝੂਠੇ ਨੇ, ਇਹ ਦਾਅਵੇ ਝੂਠੇ ਨੇ, ਇਹ ਗੱਲਾਂ ਝੂਠੀਆਂ ਨੇ। ਮੇਰੇ ਗੁਰੂ ਨਾਨਕ ਨੇ ਤੈਨੂੰ ਅੰਮ੍ਰਿਤ ਰੂਪੀ ਬਾਣੀ ਵਿੱਚ ਰੋਜ਼ ਦ੍ਰਿੜ ਕਰਵਾਇਆ ਹੈ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਪਰ ਕਦੋਂ ਬਣੇਗਾ? ਜਦੋਂ ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਦੋਂ ਗੁਰੂ ਦੀ ਨਦਰ ਦਾ ਪਾਤਰ ਬਣ ਜਾਏਗਾ। ਆ ਜਿਸ ਉਹ ਸਵਰਗ ਚਾਹਨਾ ਹੈ ਜਿਉਂਦੇ ਜੀ ਵਾਲਾ, ਤੇ ਤੈਨੂੰ ਗੁਰੂ ਕੋਲ ਆਉਣਾ ਪਏਗਾ, ਕਿਉਂਕਿ ਉਹ ਗੁਰੂ ਹੀ ਦੇ ਸਕਦਾ ਹੈ। ਜਿਨ੍ਹਾਂ ਨੇ ਸੁੱਖ ਮਾਣਿਆ, ਆਨੰਦ ਮਾਣਿਆ, ਪੂਰੇ ਗੁਰੂ ਕੋਲ ਮਿਲਦਾ ਹੈ। ਆਓ ਮੇਰੇ ਮਾਲਕ ਜੀ ਕਿਰਪਾ ਕਰਨ, ਆਇਆ ਹੋਇਆ ਸਭਨਾਂ ਦਾ ਪ੍ਰਵਾਨ ਹੋਏ, ਸਭਨਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਸਾਡੇ ਸਭਨਾਂ ਦਾ ਜਿਉਂਦਿਆਂ ਜੀ ਮੇਲ ਹੋਵੇ ਤੇ ਸੱਚਖੰਡ ਦੀ ਮੈਂ ਪਹਿਚਾਨ ਕਰ ਲਵਾਂ, ਉਹ ਸੱਚਖੰਡ ਦਾ ਮੈਂ ਜਿਉਂਦੇ ਜੀ ਆਨੰਦ ਮਾਣ ਲਵਾਂ। ਉਹ ਚੀਜ਼ ਮੇਰੇ ਲਈ ਗੁਰੂ ਨੇ ਬਣਾਈ ਹੈ। ਜਿੱਦਣ ਬਾਣੀ ਦਾ ਪ੍ਰਕਾਸ਼ ਮੇਰੇ ਜੀਵਨ ਵਿੱਚ ਹੋਵੇਗਾ, ਆਪਣੀ ਜੁਗਤੀ ਧਰਮੀ ਬਣ ਕੇ, ਗਿਆਨੀ ਬਣ ਕੇ, ਮਿਹਨਤੀ ਬਣ ਕੇ, ਕਰਮੀ ਚੰਗਾ ਬਣ ਕੇ, ਉਹ ਸੱਚਖੰਡ ਦੀ ਝਲਕ ਮੈਂ ਸਹਿਜੇ ਤੌਰ ਤੇ ਮਾਣਾਂਗਾ। ਸੰਸਾਰ ਤੇ ਆਇਆ ਸਫਲਾ ਹੋ ਜਾਏਗਾ ਸਭਨਾਂ ਦੇ। ਗੁਰੂ ਸਤਿ ਗੁਰੂ ਕੀ ਸੰਗਤ ਬਖਸ਼ਣਹਾਰ ਬਖਸ਼ੋ ਤਾ ਪ੍ਰਵਾਨ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।